Good morning, students. Today we are discussing ether and epoxide. We know that ether are the ether having the formula ROR. ROR. Okay. So first of all, we are discussing ethers. So ether are the class of compound having the general formula ROR. The two R group attached to the oxygen that is called ethanol oxygen. ਜਿਹੜੇ ਦੋ ਆਰ ਗਰੁੱਪ ਅਟੈਚ ਹੁੰਦੇ ਨੇ ਆਕਸੀਜਨ ਨਾਲ ਉਸਨੂੰ ਕਹਿੰਦੇ ਆ ਇਥਨੋਲ ਆਕਸੀਜਨ। ਠੀਕ ਹੈ, ਇਸ ਆਕਸੀਜਨ ਨੂੰ। ਸੋ ਮੇ ਬੀ ਆਈਡੈਂਟੀਕਲ ਔਰ ਡਿਫਰੈਂਟ। ਜਿਹੜੇ ਆਰ ਗਰੁੱਪ ਦੋਨੋਂ ਲੱਗੇ ਹੁੰਦੇ ਆਈਡੈਂਟੀਕਲ ਵੀ ਹੋ ਸਕਦੇ ਆ ਔਰ ਡਿਫਰੈਂਟ ਵੀ ਹੋ ਸਕਦੇ ਆ। ਬੋਥ ਆਫ ਦੀਜ਼ ਮੇ ਬੀ ਅਲਕਾਈਲ ਔਰ ਬੋਥ ਆਫ ਆਰ ਅਰਾਈਲ ਔਰ ਮੇ ਬੀ ਅਲਕਾਈਲ ਔਰ ਅਰਾਈਲ। It may be recalled that ether are the functional isomer of monohydric alcohol. For example, ROR is the functional isomer of C2H5OH having both the same molecular formula, that is C2H6O, but different functional group. ठीक है, इन्हों को इथे फंक्शनल आइसोमर भी कह सकते हो ऑफ मोनोहाइड्रिक अल्कोहल। फॉर एग्जांपल कि C2H5OH, नंबर ऑफ कार्बन 2, नंबर ऑफ हाइड्रोजन 6, ऑक्सीजन 1। बट क्या है ये जोड़ा बट इन्हों का बेशक मॉलिकुलर फार्मूला सेम है, बट फंक्शनल जो ग्रुप होगा डिफरेंट है, क्योंकि इथर कला ऑक्सीजन लग्या, हाइड्रोजन कंबाइन है और ये क्या है अपने को हाइड्रोक्सी ग्रुप लग्या है। उस वे गल करते साइक्लिक इथर की। अपार्ट फ्रॉम द इथर रेफर टू अबव, इथर कंटेन ऑक्सीजन एज अ पार्ट ऑफ रिंग सिस्टम unknown to be exit, these are known as cyclic ether। ठीक है, इस तो इलावा क्या कहते हैं ਐਲੀਫੈਟਿਕ ਤੋਂ ਇਲਾਵਾ ਚੇਨ ਤੋਂ ਇਲਾਵਾ ਆਪਣੇ ਕੋਲ ਇੱਕ ਹੋਰ ਫਾਰਮ ਆਉਂਦਾ ਕਿ ਜਿਸਕਾ ਸਾਈਕਲਿਕ ਇਥੋਂ 'ਚ ਕੀ ਹੁੰਦਾ ਕਿ ਸਾਰੇ ਕਿ ਜਿਹੜੀ ਆਕਸੀਜਨ ਹੁੰਦੀ ਆ ਉਹ ਰਿੰਗ ਦਾ ਸੈਂਟਰਲ ਪਾਰਟ ਹੁੰਦੀ ਹੈ। ਠੀਕ ਹੈ, ਉਹਦੇ ਨਾਲ ਦੋਨੋਂ ਆਰ ਗਰੁੱਪ ਕਿਆ ਹੁੰਦੇ ਨੇ ਜੁਆਇਨ ਹੁੰਦੇ ਨੇ ਲਾਈਕ ਆ ਰਿੰਗ। ਠੀਕ ਹੈ, ਜਿਵੇਂ ਇੱਕ ਰਿੰਗ ਕਲੋਜ਼ ਸਟਰਕਚਰ ਹੁੰਦੀ ਆ, ਜਿਵੇਂ ਇਥਾਈਲਿਨ ਆਕਸਾਈਡ ਹੋ ਗਿਆ, ਫਿਰਾਨ ਹੋ ਗਿਆ, ਟੈਟਰਾਹਾਈਡਰੋਫੁਰਾਨ ਹੋ ਗਿਆ। ਸਾਈਕਲਿਕ ਇਥਰ ਕੰਟੇਨ 3 ਮੈਂਬਰ ਰਿੰਗ ਆਰ particularly important and term as the epoxide। ਜਿਨ੍ਹਾਂ ਦੇ ਵਿੱਚ ਜਿਹੜੇ ਸਾਈਕਲਿਕ ਇਥਰ ਜਿਨ੍ਹਾਂ ਵਿੱਚ 3 ਮੈਂਬਰ ਰਿੰਗਸ ਹੁੰਦੀਆਂ ਨੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ। ਇਹਨਾਂ ਨੂੰ ਕਿਆ ਕਿਹਾ ਜਾਂਦਾ ਹੈ? ਇਪੋਕਸਾਈਡ। ਠੀਕ ਹੈ, ਸੋ ਜਨਰਲੀ ਇਥੀਨ ਸਭ ਤੋਂ ਕਾਮਨ ਐਗਜ਼ਾਮਪਲ ਕਿਹੜੀ ਹੈ? ਇਥੀਨ ਆਕਸਾਈਡ। ਸਾਈਕਲਿਕ ਇਥਰ ਕੰਟੇਨ 2 or more oxygen atom in the ring and also known to exist। ਸਾਈਕਲਿਕ ਇੱਕ ਐਵੇਂ ਕਈ ਸਾਈਕਲਿਕ ਇਥਰ ਐਵੇਂ ਦੇ ਵੀ ਜਿਨ੍ਹਾਂ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਆਕਸੀਜਨ ਐਟਮਸ ਹੁੰਦੇ ਨੇ। ਜਿਵੇਂ ਆਪਾਂ ਫਸਟ ਈਅਰ 'ਚ ਪੜ੍ਹਿਆ ਸੀਗਾ ਕਿ ਆਪਣੇ ਕੋਲ ਕਿਆ ਹੁੰਦਾ, ਫਸਟ ਈਅਰ 'ਚ ਆਪਾਂ ਨੇ ਕਰਾਊਨ ਇਥਰ ਵਗੈਰਾ ਪੜ੍ਹੇ ਸੀਗੇ ਨਾ। ਇਹ ਸਾਰੇ ਸਾਈਕਲਿਕ ਇਥਰ ਦੇ ਐਗਜ਼ਾਮਪਲਸ ਨੇ, ਜਿਨ੍ਹਾਂ ਵਿੱਚ ਕਰਾਊਨ ਇਥਰ, ਕ੍ਰਿਪਟੇਟਸ ਹੋ ਗਏ, ਇਹ ਸਾਰੇ ਕਿਆ ਨੇ? ਸਾਈਕਲਿਕ ਇਥਰ ਦੇ ਐਗਜ਼ਾਮਪਲ। ਦ ਸਾਈਕਲਿਕ ਇਥਰ ਵਿਚ ਆਰ ਹੈਵਿੰਗ 4 or more oxygen atom are known as a crown ether। ठीक है, जनरली नेम है X crown Y। X is the total number of atom और Y is the number of oxygen atom। For example, a cyclic ether contains 12 atom including 4 hydrogen atom known as 12 crown 4। सो कॉमन सिस्टम देखो दो तरह का सिस्टम आता है। फर्स्ट ऑफ ऑल कॉमन एंड सैकेंड इज आयोटिक। कॉमन सिस्टम के क्या करना तुसी? The common system ether are generally known by their common names। ठीक है, which are assigned by adding the word ether after the name of alkyl or aryl to present the molecule। सिंपल है कॉमन सिस्टम ਦੇ ਵਿੱਚ। क्या करना ਆਪਾਂ ਨੇ कॉमन सिस्टम ਦੇ ਵਿੱਚ ਕਿ ਜਿਹੜੇ ਇਹਨਾਂ ਦੇ ਅਰਾਈਲ ਜਾਂ ਅਲਕਾਈਲ ਗਰੁੱਪ ਲੱਗੇ ਆ ਉਹਨਾਂ ਦਾ ਨਾਮ ਲਿਖਣਾ, ਐਂਡ 'ਚ ਕਿਆ ਲਿਖ ਦੇਣਾ? ਇਥਰ। ਜਿਵੇਂ ਉਹਨਾਂ 'ਚ ਦੋ ਸੇਮ ਮਿਥਾਈਲ ਗਰੁੱਪ ਲੱਗੇ ਤਾਂ ਆਪਾਂ ਨੇ ਡਾਈ ਮਿਥਾਈਲ, ਐਂਡ 'ਚ ਕਿਆ ਲਿਖਤਾ? ਇਥਰ। ਇਸ ਤਰ੍ਹਾਂ CH3 CH2O CH3 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 ਦੈਟ ਇਜ਼ ਇਥਾਈਲ। ਹੁਣ ਇਹਦੇ ਵਿੱਚ ਦੇਖੋ ਅਗਰ ਤੁਹਾਡੇ ਕੋਲ ਮਿਥਾਈਲ ਔਰ ਇਥਾਈਲ ਦੋਨੋਂ ਅਲੱਗ ਅਲੱਗ ਆਉਂਦੇ ਤਾਂ ਪਹਿਲਾਂ ਐਲਫਾਬੈਟਿਕਲੀ ਆਰਡਰ 'ਚ ਆਉਣਾ। ਜਿਹੜਾ ਪਹਿਲਾਂ ਐਲਫਾਬੈਟਿਕਲੀ ਪਹਿਲਾਂ ਆਉਂਦਾ ਉਹਨੂੰ ਪਹਿਲਾਂ ਲਿਖਣਾ, ਦੈਨ ਦੂਸਰੇ ਨੂੰ ਬਾਅਦ 'ਚ। ਹੁਣ ਈ ਪਹਿਲਾਂ ਆਉਂਦਾ ਤਾਂ ਉਹਨੂੰ ਈ ਨੂੰ ਪਹਿਲਾਂ ਲਿਖਿਆ ਇਥਾਈਲ, ਦੈਨ ਆਈਸੋਪਰੋਪਾਈਲ, ਇਥਰ ਐਂਡ ਸੋ ਔਨ। ਉਸ ਤੋਂ ਬਾਅਦ ਦੇਖਦੇ ਗੱਲ ਕਰਦੇ ਆਪਾਂ ਆਇਓਪੈਕ ਸਿਸਟਮ ਦੀ। ਹੁਣ ਉਹ ਕਹਿੰਦੇ ਜਿਹੜਾ ਆਇਓਪੈਕ ਸਿਸਟਮ ਆ, ਅਕੋਰਡਿੰਗ ਟੂ ਆਇਓਪੈਕ ਸਿਸਟਮ ਇਥ ਆਰ ਟ੍ਰੀਟਡ ਐਜ਼ ਅ ਅਲਕੋਕਸੀ ਡੈਰੀਵੇਟਿਵ ਆਫ ਹਾਈਡਰੋਕਾਰਬਨਸ। ਇਹਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ? ਅਲਕੋਕਸੀ ਡੈਰੀਵੇਟਿਵ ਆਫ ਹਾਈਡਰੋਕਾਰਬਨ। In the unsymmetrical ether, the R group having the larger number of carbon may be chosen as a parent hydrocarbon, while other group along with oxygen taken as a alkoxy group। अगर अपने को सिमेट्रिकल मतलब सिमेट्री ਦੇ ਵਿੱਚ ਪਏ ਆ, ਠੀਕ ਹੈ, ਤਾਂ ਆਪਾਂ ਨੇ ਕੀ ਕਰਨਾ ਹੈ? ਆਪਾਂ ਨੇ ਉਹਨਾਂ ਨੂੰ ਅਲਕੋਕਸੀ ਡੈਰੀਵੇਟਿਵ ਦੀ ਫਾਰਮ 'ਚ ਲਿਖ ਦੇਣਾ। ਅਗਰ ਆਪਣੇ ਕੋਲ ਅਨਸਿਮੈਟ੍ਰੀਕਲ ਫਾਰਮ 'ਚ ਪਏ ਆ, ਠੀਕ ਹੈ, ਇਥਰ ਗਰੁੱਪ ਅਨਸਿਮੈਟ੍ਰੀਕਲ ਫਾਰਮ 'ਚ ਆ ਤਾਂ ਜਿਹੜਾ ਉਹਦੇ ਨਾਲ ਜਿਹਦੇ ਉਹ ਕਾਰਬਨ ਦੇਖਣਾ ਜਿਹਦੇ ਵਿੱਚ ਉਹ ਵਾਲੀ ਚੇਨ ਦੇਖਣੀ। ਜਿਵੇਂ ਸਪੋਜ਼ ਕਰੋ ਆਪਣੇ ਕੋਲ ਆਹ ਹੈ, ਠੀਕ ਹੈ, ਸੈਂਟਰ ਆਕਸੀਜਨ ਦੋਨੋਂ ਪਾਸੇ ਲੱਗਿਆ ਹੈ, ਅਤੇ ਇਹਦੇ ਵਿੱਚ ਮੈਂ ਕੀ ਕਰੂੰਗੀ ਕਿ ਸਭ ਤੋਂ ਪਹਿਲਾਂ ਮੈਂ ਕੀ ਦੇਖਣਾ ਹੈ ਕਿ ਕਿਹੜੇ ਆਕਸੀਜਨ ਦੇ ਨਾਲ ਨੰਬਰ ਆਫ ਕਾਰਬਨ ਜ਼ਿਆਦਾ ਹੈ। ਠੀਕ ਹੈ,
किस चीज़ नाल ज़्यादा CH2 CH3 इथेन को ज़्यादा है तो इथेन को क्या करना है इथेन चूज़ करना एज अ पेरेंट हाइड्रोकार्बन उन्होंने जिमें इतने इथेन है तो उन्होंने इथेन ही लिखना जिहदे कोल नंबर पेरेंट हाइड्रोकार्बन का मतलब जिहड़ा एग्जैक्ट हैगा वो ठीक है और जो दूसरा पार्ट होएगा जिहदे कोल लैसर नंबर ऑफ कार्बन होणगे उन्होंने क्या लिख देना उसका एल्कोक्सी पार्ट हम देखो फॉर एग्जाम्पल CH3O CH2 CH3 ये क्या है हम हायर नंबर ऑफ कार्बन कि इथेन को तेनों मैं एज अ पेरेंट हाइड्रोकार्बन लिखना इथेन जो तो नैक्सट ग्रुप से CH3O बच गया इन्होंने लिखा मिथाइल है तो मिथ ऑक्सी ऑक्सीजन का क्या आ गया ना ऑक्सी देखो नैक्सट देखो हम अपने को पेरेंट हाइड्रोकार्बन केड़ा होएगा ए वाली चेन होएगी कोई नंबर ऑफ इतने इथेन अपने को इतने क्या है पेंटेन 1 2 3 4 एंड 5 या 1 2 3 4 एंड 5 ठीक है इतने पेंटेन है सो अपन ने क्या करें कि जो अपने को जो अपन पता है कि अपन क्या करना जो जिहदे को ज़्यादा नंबर ऑफ कार्बन आ उन्होंने चूज़ करना है सो अपन ने पेंटेन चूज़ कर लिया ठीक है उसके नाल क्या इथेन लग्या तो किहड़ी पोजीशन पर लग्या सैकेंड पोजीशन पर लग्या तो 2 इथॉक्सी पेंटेन उस तो बाद देखो मैथड ऑफ फॉर्मेशन ऑफ ईथर वो कहते फर्स्ट ऑफ ऑल विलियमसन सिंथेसिस तुसीं प्लस टू भी किया ठीक है इट दिस इज द ईजी एंड द मोस्ट इंपॉर्टेंट This is easy, the most important widely used method for the preparation of both symmetrical and unsymmetrical ethers. It carried out by treating an alkyl or substitute alkyl halide with the sodium alkoxide or sodium phenoxide. So अपन क्या करना है कि अपने सोडियम तुसी क्या करना है बहुत ही इंपॉर्टेंट वाइडली यूज मैथड तुसी क्या करना है ये तुसी दोनों तरह के ethers बना सकते हो सिमेट्रिकल भी अनसिमेट्रिकल भी सो तुसी अपन ने क्या करना है अपन ने कोई भी सोडियम एल्कोक्साइड लेना या सोडियम फिनोक्साइड या एल्कोक्साइड कोई भी फॉर्म ठीक है RONA ले लो या फिर सोडियम फिनोक्साइड क्या जिथे R लगे उत्थे क्या लगा दो बेंजीन लगा दो ठीक है या सोडियम एल्कोक्साइड ले लो सोडियम फिनोक्साइड ले लो उन्होंने तुम अल्काइल हैलाइड के नाल रिएक्ट करना अपने को फॉर्मेशन हो जाएगी ROR तो अपने को सोडियम हैलाइड है जो क्या हो जाएगा रिमूव हो जाएगा फॉर एग्जाम्पल सोडियम इथोक्साइड लेता उन्होंने इथाइल आयोडाइड ने रिएक्ट किया अपने को फॉर्मेशन हो जाएगी किस चीज़ की इथाइल ईथर की डाईइथाइल ईथर सॉरी डाईइथाइल ईथर दी अपने को क्या रिमूव हो जाएगा सोडियम आयोडाइड मैकेनिज्म देख लो कहने दिस रिएक्शन इन्वॉल्व द न्यूक्लियोफिलिक सब्स्टिट्यूशन एल्कोक्साइड और फिनोक्साइड आयन टू फॉर्म अ हैलाइड आयन ऑफ द अल्काइल हैलाइड RO नेगेटिव Na पॉजिटिव पहले इन्होंने ब्रेक डाउन कर लेना RO नेगेटिव Na पॉजिटिव आ गया ठीक है और जो RO नेगेटिव आया उन्हें अगे अल्काइल हैलाइड के नाल क्या करना रिएक्ट करना हम अल्काइल हैलाइड एक पॉजिटिव है एक नेगेटिव है X नेगेटिव होगा R पॉजिटिव होगा ਹੁਣ RO ਨੈਗੇਟਿਵ ਆਪਣੇ ਕੋਲ ਤਾਂ ਉਹਨੂੰ ਕੌਣ ਕਿਹੜੀ ਚੀਜ਼ ਅਟਰੈਕਟ ਕਰੇ ਕਿਸੇ ਨੂੰ ਅਟਰੈਕਟ ਕਰੇਗਾ ਪੋਜ਼ਿਟਿਵ ਚਾਰਜ ਨੂੰ ਤਾਂ ਆਪਣੇ ਕੋਲ ROR ਆ ਗਿਆ X ਨੈਗੇਟਿਵ ਰਿਮੂਵ ਹੋ ਗਿਆ ਉਹ X ਨੈਗੇਟਿਵ ਕਿਹਦੇ ਕੋਲ ਜਾਏਗਾ Na ਪੋਜ਼ਿਟਿਵ ਕੋਲ ਲਿਮਿਟੇਸ਼ਨ ਦੇਖ ਲਓ ਕਹਿੰਦੇ the choose of alkyl halide and a sodium alkoxide is used in the Williamson synthesis somewhat restricted because of the following the condition ਹੁਣ ਕਹਿੰਦੇ ਇਹਦੇ ਕੁਝ ਲਿਮਿਟੇਸ਼ਨਸ ਵੀ ਆਉਂਦੀਆਂ ਨੇ since the halogen attached to the aromatic ring cannot be readily replaced by the nucleophilic agent aryl halide are not generally used in the Williamson synthesis ਹੁਣ ਕਹਿੰਦੇ क्या ਹੁੰਦਾ है कि ਜਿਹੜਾ ਤੁਸੀਂ ਆਪਾਂ ਨੇ ਹੈਲਾਈਡ ਲੈਣਾ ਹੈ ਅਲਕਾਈਲ ਹੈਲਾਈਡ ਜਾਂ ਅਰਾਈਲ ਹੈਲਾਈਡ ਲੈਣਾ ਹੈ ਉਹ ਕਹਿੰਦੇ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਅਰਾਈਲ ਹੈਲਾਈਡ ਦੀ ਅਰਾਈਲ ਹੈਲਾਈਡ ਦਾ ਮਤਲਬ क्या ਬੈਂਜ਼ੀਨ ਰਿੰਗ ਦੇ ਨਾਲ ਕੋਈ ਵੀ ਉਹ ਲੱਗਿਆ ਹੋਇਆ ਹੈਲੋਜਨ ਲੱਗਿਆ ਹੋਇਆ ਬੈਂਜ਼ੀਨ ਰਿੰਗ ਦੇ ਨਾਲ ਠੀਕ ਹੈ ਜਿਵੇਂ ਉਰੇ ਆ ਹੈ ਉਵੇਂ ਆਰ ਹੈ ਨਾ ਇਹ ਜਿਹੜਾ ਕਹਿ ਲੈਂਦੇ ਕੋਈ ਬੈਂਜ਼ੀਨ ਰਿੰਗ ਦੇ ਨਾਲ ਉਹਦੇ ਹੈਲੋਜਨ ਲੱਗਿਆ ਉਹ ਹੋ ਗਿਆ ਅਰਾਈਲ ਹੈਲਾਈਡ ਉਹ ਕਹਿੰਦੇ ਜਦੋਂ ਕੋਈ ਅਰਾਈਲ ਹੈਲਾਈਡ ਲੱਗਿਆ ਤਾਂ ਜਿਹੜਾ ਜਿਹੜੇ ਬੈਂਜ਼ੀਨ ਦੇ ਨਾਲ ਹੈਲੋਜਨ ਲੱਗਿਆ ਠੀਕ ਹੈ ਉਹਨੂੰ ਬੈਂਜ਼ੀਨ ਨਾਲੋਂ ਅਲੱਗ ਕਰਨਾ ਜਾਂ ਕਿਸੇ ਨਿਊਕਲੀਓਫਿਲਿਕ ਏਜੰਟ ਦੇ ਨਾਲ ਰਿਪਲੇਸ ਕਰਨਾ ਕਿਆ ਹੈ ਬਹੁਤ ਔਖਾ ਇਸ ਕਰਕੇ ਆਪਾਂ ਅਰਾਈਲ ਹੈਲਾਈਡ ਯੂਜ਼ ਨਹੀਂ ਕਰਦੇ ਵਿਲੀਅਮਸਨ ਸਿੰਥੇਸਿਸ ਆਪਾਂ ਸਿਰਫ ਕਿਆ ਸਿੰਪਲ ਯੂਜ਼ ਕਰਦੇ ਅਲਕਾਈਲ ਹੈਲਾਈਡ Therefore, the preparation of alkyl aryl ether in this reaction carried out an alkyl halide and sodium phenoxide and between the aryl halide sodium phenoxide. ਤਾਂ ਅਗਰ ਆਪਾਂ ਨੇ ਕੋਈ ਐਵੇਂ ਦਾ ਪ੍ਰੋਡਕਟ ਬਣਾਉਣਾ ਹੈ ਠੀਕ ਹੈ ਜਿਹਦੇ ਵਿੱਚ ਆਪਾਂ ਨੂੰ ਕਿਆ ਚਾਹੀਦਾ ਇੱਕ ਅਰਾਈਲ ਗਰੁੱਪ ਚਾਹੀਦਾ ਇੱਕ ਐਵੇਂ ਇੱਕ ਬਣਾਉਣਾ ਇੱਕ ਅਰਾਈਲ ਗਰੁੱਪ ਚਾਹੀਦਾ ਇੱਕ ਅਲਕਾਈਲ ਗਰੁੱਪ ਚਾਹੀਦਾ ਯਾਨੀ ਕਿ ਇੱਕ ਬੈਂਜ਼ੀਨ ਰਿੰਗ ਚਾਹੀਦਾ ਇੱਕ ਸਿੰਪਲ ਅਲਕਾਈਲ ਗਰੁੱਪ ਚਾਹੀਦਾ ਤਾਂ ਉਹਦੇ ਲਈ ਤੁਸੀਂ ਤੁਹਾਨੂੰ ਕਿਆ ਕਰਨਾ ਪਊਗਾ ਆਪਾਂ ਨੂੰ ਅਲਕਾਈਲ ਅਰਾਈਲ ਈਥਰ ਅਗਰ ਬਣਾਉਣਾ ਹੈ ਤਾਂ ਆਪਾਂ ਨੂੰ ਰਿਐਕਸ਼ਨ ਕਰਨੀ ਪਊਗੀ ਅਲਕਾਈਲ ਹੈਲਾਈਡ ਦੇ ਵਿੱਚ ਔਰ ਸੋਡੀਅਮ ਫਿਨੋਕਸਾਈਡ ਦੇ ਵਿੱਚ ਨਾ ਕਿ ਅਰਾਈਲ ਹੈਲਾਈਡ ਔਰ ਸੋਡੀਅਮ ਐਲਕੋਕਸਾਈਡ ਦੇ ਵਿੱਚ ਇਹਦੇ 'ਚ ਰਿਐਕਸ਼ਨ ਕਰਨੀ ਪਊਗੀ ਆਪਾਂ ਨੂੰ ਅਲਕਾਈਲ ਹੈਲਾਈਡ ਸੋਡੀਅਮ ਫਿਨੋਕਸਾਈਡ ਦੇ ਵਿੱਚ ਆਪਾਂ ਅਲਕਾਈਲ ਅਰਾਈਲ ਹੈਲਾਈਡ ਤੇ ਸੋਡੀਅਮ ਐਲਕੋਕਸਾਈਡ 'ਚ ਰਿਐਕਸ਼ਨ ਨਹੀਂ ਕਰ ਸਕਦੇ क्योंकि अपन पता जो अराइल हैलाइड वो हैलोजन रिमूव करना क्या है रिप्लेस करना न्यूक्लियोफिलिक किसी एजेंट के नाल रिप्लेस करना क्या है थोड़ा सा समवट औखा है फॉर एग्जाम्पल शोन देखो
sodium phenoxide plus C2H5i, that is called pentatone. ठीक है, ये बन गया इथर, और सोडियम आयोडाइड क्या हो गया, रिमूव हो गया। डाईराइल इथन नॉट जनरली प्रिपेयर्ड बाय दिस स्टेशन। डाईराइल इथन ਨੂੰ ਤੁਸੀਂ ਪ੍ਰਪੇਅਰ ਕਰ ਹੀ ਨਹੀਂ ਸਕਦੇ, ਕਿਉਂਕਿ ਆਪਾਂ ਨੂੰ ਉਹਦੇ ਲਈ ਕੀ ਚਾਹੀਦਾ ਹੈ, ਰਾਇਲ ਹੈਲਾਈਡ ਚਾਹੀਦਾ ਹੈ। ਰਾਇਲ ਹੈਲਾਈਡ ਇਸ ਰਿਐਕਸ਼ਨ ਨੂੰ, ਵਿਲੀਅਮਸਨ ਸਿੰਥਸਿਸ ਰਿਐਕਸ਼ਨ ਨੂੰ ਨਹੀਂ ਦਿੰਦਾ, ਠੀਕ ਹੈ। ਉਸ ਤੋਂ ਬਾਅਦ ਦੇਖੋ ਸੈਕੰਡ ਮੈਥਡ, ਬਾय हीटिंग अल्काइल हैलाइड विद द ड्राई सिल्वर ऑक्साइड। अपन ने क्या करना है, इथाइल आयोडाइड ले लिया, कोई भी अल्काइल हैलाइड लेना, अपने इथाइल आयोडाइड ले लिया, उन्होंने सिल्वर ऑक्साइड ने रिएक्ट करना, अपने को इथाइल ईथर बन जाएगा, सिल्वर आयोडाइड क्या हो जाएगा, रिमूव हो जाएगा। थर्ड मैथड बाय डिहाइड्रेशन ऑफ अल्कोहल, तो 2 मॉलिक्यूल्स अल्कोहल के लेने हैं, वो डिहाइड्रेशन करिए, यानी कि वाटर मॉलिक्यूल से रिमूव करना। फिर वाटर मॉलिक्यूल रिमूव करने लिए अपन क्या चाहिए, कोई स्ट्रॉन्ग एसिड चाहिए, तो अपने H2SO4 है, सुटेबल टैंपरेचर अपने को इथर रिमूव हो जाएगा, और इथर बन जाएगा, और वाटर मॉलिक्यूल क्या हो जाएगा, रिमूव हो जाएगा। मैकेनिज्म देखो इस चीज़ का, दो तरह के मैकेनिज्म का हो सकता है, ठीक है। हुण कहते जो सैकेंडरी तो टर्शरी इथर सॉरी, अगर थोड़े को जो अल्कोहल तुम ले रहे हो, अगर वो सैकेंडरी तो टर्शरी है, तो तुम SN1 मैकेनिज्म यूज़ करोगे। अगर जो अल्कोहल तुम ले रहे हो, जी डिहाइड्रेशन कर रहे हो, इथर बना रहे हो, अगर वो प्राइमरी अल्कोहल ले रहे हो, तो SN2 मैकेनिज्म होगा। फर्स्ट ऑफ ऑल पहला आप SN1 देखते हैं, अपन अल्कोहल लता, अपन किसी ने रिएक्ट किया H2SO4 ने, तो अपन पता हो एसिड है, एसिड तो H पॉजिटिव आयन आ गया, अपने को ऑक्सीजनियम आयन बन गया। ऑक्सीजनियम आयन किमें बनेगा, ये ऑक्सीजन को लोन पेयर है, ऑक्सीजन लोन पेयर किनों अट्रैक्ट करनगे, हाइड्रोजन। तो ऑक्सीजन का अगर 2 लोन पेयर हाइड्रोजन को, तो कोई इलैक्ट्रॉन नहीं है, अगर बॉन्ड बनाना तो ऑक्सीजन को दोनों अपने इलैक्ट्रॉन देने पैने हैं। सो इत्थे केड़ा आ गया, चार्ज पॉजिटिव। जो ऑक्सीजनियम आयन आया, ठीक है, वो क्या करना है कि जो ये R ग्रुप है, इन्हें क्या करना ना, इतने ब्रेक होना, इन्हें अपने इलैक्ट्रॉन किनू दे देने, ऑक्सीजन। R पॉजिटिव, हूँ R अपने इलैक्ट्रॉन दे के जाऊँगा, तो R पॉजिटिव के रूप से बाहर नेक्स्ट 2 स्टेप मैकेनिज्म होएगा, इनके रीडिटरमाइनिंग स्टेप होएगा, कार्बोकेटाइन बन जाएगा, और वाटर मॉलिक्यूल क्या हो जाएंगे अपना हाँ पूरे का पूरा रिमूव। हुण जो अपने को R पॉजिटिव बनया, हुण अपने 2 मॉलिक्यूल यूज़ किए, देखो पहले तो अपने एक मॉलिक्यूल यूज़ किया, जो दूसरा मॉलिक्यूल आया उन्होंने अपने कितने रिएक्ट करना, जो अपने कार्बोकेटाइन है। फिर सिमिलर ऑक्सीजन अपने एक लोन पर R पॉजिटिव दूंगा, जो कार्बोकेटाइन आया क्यों दूंगा, क्योंकि ये कोई इलैक्ट्रॉन नहीं है, बॉन्ड बनाने लिए दोनों अपन R ग्रुप चाहिए। सो अपन ये किया, दोनों इलैक्ट्रॉन चाहिए। सो अपने ऑक्सीजन के एक लोन पेयर के नाल किनू रिएक्ट कर किनू देता अपने R पॉजिटिव, उन्हें बॉन्ड बना लिया, ऑक्सीजन पॉजिटिव कर, फिर ऑक्सीजनियम आयन बन गया, ठीक है। हुण ऑक्सीजनियम आयन बन, तो अपन पता अपने इथर बनाना, अपने को हाइड्रोजन एक्स्ट्रा, तो अपने हाइड्रोजन एज अ कैटलिस्ट यूज़ किया ना अपने। सो अपने हाइड्रोजन अपने इलैक्ट्रॉन ऑक्सीजन दे के एज अ H पॉजिटिव आयन क्या हो जाएगा, रिमूव। हुण ਆਪਾਂ गल करते हैं SN2 मैकेनिज्म की, वो कहते ROH, ठीक है। फिर अपन हमने प्राइमरी आएगा, और SN2 मैकेनिज्म लिए केड़ा यूज़ होना, प्राइमरी। ये दोनों SN1 टर्शरी के लिए प्राइमरी तो तुम अल्कोहल लेनी है, अल्कोहल तुम एसिड ना रिएक्ट करवाना, अपने को आ जाएगा ऑक्सीजनियम आयन, सेम वही प्रोसैस होगी, ऑक्सीजन अपने इलैक्ट्रॉन अपने लोन पर किन दूंगा, हाइड्रोजन, हाइड्रोजन अपने अटैच कर लेगा, फिर ऑक्सीजन पर पॉजिटिव चार्ज आ जाएगा। फिर जो ऑक्सीजन पर पॉजिटिव चार्ज आया, उन्हें रिएक्ट करना कि दूसरी अल्कोहल के नाल, ठीक है। ROH2 का मतलब ROH2 ये वाली है, ROH2 मतलब फिर ऑक्सीजन अपने लोन पेयर किनू दूंगा, ROH2 नू, तो अपने को एक ट्रांजिशन स्टेट बन जाएगी, ठीक है, ना तो बॉन्ड प्रॉपरली फॉर्म होएगा, ना ही प्रॉपरली ब्रेक डाउन होएगा। सो जो ये अपने वाटर मॉलिक्यूल रिमूव करना, अपने को आ गया RORH पॉजिटिव। हुण अपन पता अपन इथर चाहिए, फिर वो पॉजिटिव चार्ज है, तो आप क्या करना, RORH पॉजिटिव, हाइड्रोजन अपने इलैक्ट्रॉन ऑक्सीजन दे के एज आ इथर की फॉर्मेशन करके आप क्या हो जाएगा, रिमूव हो जाएगा। अगर लिमिटेशन देख लो, then dehydration of alcohol cannot be used for the preparation of unsymmetrical ether as it is lead to formation of complex mixture। ਜਿਹੜਾ ਇਹ ਮੈਥਡ ਹੈ ਡੀਹਾਈਡਰੇਸ਼ਨ ਆਫ ਅਲਕੋਹਲ, ਇਹਦਾ ਤੁਸੀਂ ਅਨਸਿਮੈਟ੍ਰੀਕਲ ਅਲਕੋਹਲਸ ਨਹੀਂ ਬਣਾ ਸਕਦੇ, ਤੁਸੀਂ ਸਿਮੈਟ੍ਰੀਕਲ ਅਲਕੋਹਲਸ ਬਣਾ ਸਕਦੇ ਹੋ, ਕਿਉਂਕਿ ਅਗਰ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕੰਪਲੈਕਸ ਫਾਰਮ ਮਿਕਸਚਰ ਬਣਾ ਦਿੰਦੇ ਆ। It cannot be used for the preparation of ether from secondary tertiary alcohol because it leads to formation of alkane in a large quantity due to complete dehydration of alcohol। इस मैथड ਦੇ ਨਾਲ ਤੁਸੀਂ it cannot be used for the preparation of ether from secondary, ਜਿਹੜਾ ਤਾਂ ਆਪਾਂ SN1 ਮੈਕੈਨਿਜ਼ਮ ਪੜਿਆ ਸੀ, ਜਿਹੜੇ ਸੈਕੰਡਰੀ ਟਰਸ਼ਰੀ ਦੀ ਗੱਲ ਕਰਦੇ ਹੋ, ਕਹਿੰਦੇ ਆਪਾਂ
नहीं यूज़ करते ज़्यादा, क्यों? क्योंकि ਉਹਦੇ ਵਿੱਚ क्या ਹੁੰਦਾ, जो ਡੀਹਾਈਡਰੇਸ਼ਨ ਹੁੰਦੀ ਆ ਤਾਂ ਉਹ ਕੰਪਲੀਟਲੀ ਅਲਕੋਹਲ ਦੀ ਕੰਪਲੀਟਲੀ ਡੀਹਾਈਡਰੇਸ਼ਨ ਕਰਕੇ ਕਿਸ ਚੀਜ਼ ਦੀ ਫਾਰਮੇਸ਼ਨ ਕਰ ਦਿੰਦਾ ਹੈ, ਐਲਕੀਨ ਦੀ, ਨਾ ਕਿ ਇਥਰ ਬਣਾਉਣ ਦੀ ਬਜਾਏ ਉਹ ਐਲਕੀਨ ਬਣਾ ਦਿੰਦੇ ਆ। The temperature of the reaction has been carefully controlled to avoid a complete dehydration। ਜਿਹੜਾ ਟੈਂਪਰੇਚਰ ਉਹ ਬਹੁਤ ਹੀ ਧਿਆਨ ਨਾਲ ਕੰਟਰੋਲ ਕਰਨਾ ਪੈਣਾ, ਨਹੀਂ ਤਾਂ ਕੰਪਲੀਟ ਡੀਹਾਈਡਰੇਸ਼ਨ ਹੋ ਜਾਏਗੀ ਸਾਰਾ ਦਾ ਸਾਰਾ ਵਾਟਰ, ਕਿਉਂਕਿ ਆਪਾਂ ਨੂੰ ਥੋੜਾ ਸਮਵਟ ਅਮਾਊਂਟ ਆਫ ਵਾਟਰ ਚਾਹੀਦਾ, ਕੰਪਲੀਟ ਡੀਹਾਈਡਰੇਸ਼ਨ ਨਹੀਂ ਕਰਨੀ ਹੈ। ਇਸ ਲਈ ਟੈਂਪਰੇਚਰ ਨੂੰ ਆਪਾਂ ਨੇ ਕਿਆ ਕਰਨਾ, ਮੇਨਟੇਨ ਕਰਕੇ ਰੱਖਣਾ। ਉਸ ਤੋਂ ਬਾਅਦ ਦੇਖੋ ਪ੍ਰੈਪਰੇਸ਼ਨ ਆਫ ਇਥਾਈਲ ਈਥਰ ਬਾਈ ਦ ਯੂਜ਼ ਆਫ ਡਾਈਜ਼ੋਮੀਥੇਨ। ਆਪਾਂ ਨੂੰ ਪਤਾ ਡਾਈਜ਼ੋਮੀਥੇਨ ਦਾ ਫਾਰਮੂਲਾ CH2 ਨਾਈਟ੍ਰੋਜਨ ट्रिपल बॉन्ड N, CH2 ਨੈਗੇਟਿਵ ਨਾਈਟ੍ਰੋਜਨ ਪੋਜ਼ਿਟਿਵ। वैसे क्या होता है CH2 डबल बॉन्ड, ठीक है, नाइट्रोजन ट्रिपल बॉन्ड N होता है, ठीक है, डाइजोमीथेन का फार्मूला। बट अपन ने एक बॉन्ड इधर शिफ्ट करता, CH2 नैगेटिव Na पॉजिटिव आ गया। हुण देखो जो अपने को डाइजोमीथेन आया तो उन्होंने आप कितना रिएक्ट करना है, पहला रिएक्शन देख लो। अपन एन हेक्साइल अल्कोहल लेता, उन्होंने डाइजोमीथेन ਨਾਲ रिएक्ट किया इन द प्रेजेंस ऑफ फ्लोरोब्यूरिक एसिड HBF4, ठीक है। अपने को बन गया एन हेक्साइल मिथाइल ईथर। मैकेनिज्म देखो, पहले तो ब्यूरिक एसिड ਨਾਲ डाइजोमीथेन ਨੂੰ ਰਿਐਕਟ ਕਰਨਾ ਹੈ, उस B ਨੈਗੇਟਿਵ H ਪੋਜ਼ਿਟਿਵ CH2 ਨੈਗੇਟਿਵ Na ਪੋਜ਼ਿਟਿਵ ਹੈ। ਤੇ ਮੈਂ ਤੁਹਾਨੂੰ ਦੱਸਿਆ ਡਬਲ ਬੌਂਡ ਆ, ਇੱਥੇ ਬੌਂਡ ਸ਼ਿਫਟ ਹੋਗਾ CH2 ਦੇ ਉੱਪਰ, ਤਾਂ CH2 ਦੇ ਉੱਪਰ ਨੈਗੇਟਿਵ ਚਾਰਜ, N ਦੇ ਉੱਪਰ ਪੋਜ਼ਿਟਿਵ ਚਾਰਜ। ਜਦੋਂ ਇਸ ਚੀਜ਼ ਦੀ ਫਾਰਮੇਸ਼ਨ ਹੋਗੀ ਤਾਂ ਆਪਣੇ ਕੋਲ ਕੀ ਆ ਗਿਆ, ਹੁਣ ਜਿਹੜਾ ਨੈਗੇਟਿਵ ਚਾਰਜ ਆ CH2 ਉਹਨੇ ਕਿੰਨੇ ਜਾ ਕੇ ਰਿਐਕਟ ਕਰਨਾ H ਪੋਜ਼ਿਟਿਵ, ਤੇ CH3 ਆ ਗਿਆ, Na ਪੋਜ਼ਿਟਿਵ ਰਹਿ ਗਿਆ, ਫਿਰ ट्रिपल बॉन्ड नाइट्रोजन। ਹੁਣ ਜਿਹੜਾ ਨਾਈਟ੍ਰੋਜਨ ਇਹ ਜਿਹੜਾ BF3 ਨਾਲ ਕਿੰਨੇ ਜਾ ਕੇ ਕੰਬਾਈਨ ਹੋ ਗਿਆ BF ਨਾਈਟ੍ਰੋਜਨ ਦਾ BF4 ਨੈਗੇਟਿਵ ਐਜ਼ ਇਟ ਇਜ਼, ਇਹ ਕੰਪਲੈਕਸ ਬਣਿਆ। ਹੁਣ ਇਹਦਾ ਪੋਜ਼ਿਟਿਵ ਚਾਰਜ ਖਤਮ ਕਰ ਲਈ ਆਪਾਂ ਨੇ, ਤੋਂ ਬੌਂਡ ब्रेक करता, दोनों इलेक्ट्रॉन के नीचे नाइट्रोजन, अपने को CH3 पॉजिटिव रिमूव हो गया और N2 रिमूव हो गया और BF4 नैगेटिव रिमूव हो गया, ठीक है। उस तो बाद तुसीं इहनूं किहदे नाल रिएक्ट करना है, एन हेक्साइल अल्कोहल दे नाल। जो एन हेक्साइल अल्कोहल के नाल रिएक्ट करूँगे तो ऑक्सीजन अपने लोन पेयर किहनूं दे देगा, CH3 नूं, और जो हाइड्रोजन आ वो किधर को चल जाएगा BF4 नैगेटिव देखो, क्योंकि अपन ने कैटलिस्ट यूज़ किया हो HBF4 उत्थे चल जाएगा। सो अपने को फॉर्मेशन होगी एन हेक्साइल मिथाइल ईथर। फिजिकल प्रॉपर्टीज देख लो, ईथर आर okay, ether can be regarded as an organic derivative of water in which the hydrogen atom has been replaced by the alkyl group। ether क्या होता है, organic derivative of water का, जिहदे विच जिहड़ा हाइड्रोजन है हाइड्रोजन एटम हैज़ बीन रिप्लेस बाय द अल्काइल ग्रुप, तो हाइड्रोजन एटम नूं कौन रिप्लेस कर दिंदा, अल्काइल ग्रुप। लाइक वाटर, द ऑक्सीजन एटम sp3 in the ether is surrounded by the 2 lone pair and 2 bond pair of the electron। वाटर की तरह ही जो ऑक्सीजन एटम है ईथर दे विच, ठीक है, वो ਉਹਦੇ ਵਿੱਚ क्या ਹੁੰਦਾ, ਸਰਾਊਂਡਡ ਬਾਈ ਦ 2 ਲੋਨ पेयर, ਉਹਦੇ ਵਿੱਚ 2 ਲੋਨ पेयर ਹੁੰਦੇ ਤੇ ਦੋ क्या ਹੁੰਦੇ ਨੇ, ਬੌਂਡ पेयर ਹੁੰਦੇ ਨੇ। ਐਸ ਸੱਚ ਦਾ ਈਥਰ ਆਰ ਬੈਂਟ ਮੋਲੀਕਿਊਲ ਇਨ ਵਿਚ ਈਥਰ ਇੱਕ ਬੈਂਟ ਮੋਲੀਕਿਊਲ ਇਨ ਵਿਚ COC angle is nearly tetrahedral। tetrahedral ਦਾ ਹਾਰ ਵਿਦ ਐਕਚੁਅਲ ਐਂਗਲ ਡਿਪੈਂਡ ਅਪਨ ਦ ਸਾਈਜ਼ ਆਫ ਦ ਗਰੁੱਪ ਅਟੈਚ, ਬਟ ਐਕਚੁਅਲ ਦੇ ਵਿੱਚ ਜਿਹੜਾ ਕਿ ਤੁਹਾਡੇ ਕੋਲ ਕਿਹੜੇ ਗਰੁੱਪ ਨਾਲ ਅਟੈਚ ਹੋ ਉਹਦੇ ਉੱਪਰ ਡਿਪੈਂਡ ਕਰਦਾ। ਸੋ ROR, ठीक है, 2 लोन पेयर, 2 बॉन्ड पेयर, दिस इज कॉल्ड बॉन्ड पेयर एंड दिस इज कॉल्ड लोन पेयर। CH3 ऑक्सीजन, ठीक है, 2 ऑक्सीजन, फॉर एग्जांपल COC एंगल इज डाइमिथाइल ईथर इज 112 डिग्री 112 डिग्री while diethyl ether angle is 118 degree। As the size of the alkyl group increase, the steric repulsion interaction push the group apart from the bond angle increases। ਉਹ ਕਹਿੰਦੇ ਜਿਵੇਂ ਜਿਵੇਂ ਅਲਕਾਈਲ ਗਰੁੱਪ ਇਨਕਰੀਜ਼ ਹੁੰਦੇ ਜਾਂਦੇ, ਸਟੇਰਿਕ ਰਿਪਲਸ਼ਨ ਜਿਹੜੀ ਉਹ ਵੀ ਇਨਕਰੀਜ਼ ਹੋਈ ਜਾਂਦੀ ਹੈ ਤੇ ਬੌਂਡ ਐਂਗਲ ਵੀ ਕਿਆ ਹੁੰਦਾ ਜਾਂਦਾ, ਇਨਕਰੀਜ਼ ਹੁੰਦਾ ਜਾਂਦਾ ਹੈ। The molecule of the ether are weakly polar with the oxygen having a partial negative charge and each of the attached carbon having a single positive charge। ਜਿਹੜਾ ਆਕਸੀਜਨ ਉਹ ਨੈਗੇਟਿਵਲੀ ਚਾਰਜ ਹੈ, ਜਿਹੜਾ ਕਾਰਬਨ ਅਟੈਚ ਆਫ ਸਲਾਈਟਲੀ ਪੋਜ਼ਿਟਿਵ ਚਾਰਜ। ਡਿਊ ਟੂ ਦ ਬੈਂਡ ਸਟੇਪ ਆਫ ਦ ਮੋਲੀਕੂਲ ਦ ਡਾਇਪੋਲ ਮੂਵਮੈਂਟ ਆਫ ਕਾਰਬਨ ਆਕਸੀਜਨ ਬੌਂਡ ਡਸ ਨਾਟ ਕੈਂਸਲ ਆਊਟ ਡਾਇਪੋਲ ਮੂਵਮੈਂਟ ਆਫ ਦ ਅਦਰ ਬੌਂਡ। ਬੈਂਟ ਮੋਲੀਕੂਲ ਹੋਣ ਕਰਕੇ ਜਿਹੜਾ ਡਾਇਪੋਲ ਮੂਵਮੈਂਟ ਹੈ ਇਸ ਚੀਜ਼ ਦਾ ਡਾਇਪੋਲ ਮੂਵਮੈਂਟ ਦੂਸਰੀ ਚੀਜ਼ ਦੇ ਡਾਇਪੋਲ ਮੂਵਮੈਂਟ ਨੂੰ ਕੈਂਸਲ ਆਊਟ ਨਹੀਂ ਕਰਦਾ। ਦ ਨੈਟ ਰਿਜ਼ਲਟ ਇਜ਼ ਦੈਟ ਈਥਰ ਪੋਜੈਸ ਅ ਸਮਾਲ ਨੈਟ ਡਾਇਪੋਲ ਮੂਵਮੈਂਟ। ਨੈਟ ਰਿਜ਼ਲਟ ਕੀ ਆਉਂਦਾ ਕਿ ਈਥਰ ਦੇ ਵਿੱਚ ਕੁਝ ਨਾ ਕੁਝ ਡਾਇਪੋਲ ਮੂਵਮੈਂਟ ਰਹਿ ਜਾਂਦੀ ਹੈ, ਠੀਕ ਹੈ।
फिजिकल स्टेट देखो, एक्सेप्ट मिथाइल ईथर, मिथाइल ईथर एंड इथाइल ईथर विच आर गैसेज एट ऑर्डनरी टैंपरेचर, बाकी सारे क्या होंगे ने, बाकी ऑल अदर ईथर्स आर कलरलैस, volatile and pleasant smell, liquid होंगे, highly inflammable होंगे, इनकी बहुत fruity जिस like smell होंगी ईथर की. Boiling point, the weaker polarity of ether does not affect their boiling point significantly, so their boiling point are close to the alkane with similar molecular weight. Then the boiling their bond much lower than those of corresponding due to the absence of hydrogen bond between the ether. Among them, the melting point and boiling point is the increases with increase in the molecular weight.